ਨਾ ਮੇਰਾ ਦੇਸ ਮਮਦ ਹੈ। ਅੱਛਾ, ਦੇਸ ਮਮਦ ਹਾਕਮ ਸਿੰਘ ਵਾਲੇ ਦੇ ਰਹਿਣ ਵਾਲਾ। ਪਿੱਛੋਂ ਜ਼ਿਲ੍ਹਾ ਫਿਰੋਜ਼ਪੁਰ ਸੀ, ਪਿੰਡ ਕਮਾਲੇ ਵਾਲਾ ਸੀ ਹਿੰਦੁਸਤਾਨ 'ਚ। ਅਸੀਂ ਉੱਥੇ ਸਾਂ ਦੇ ਆਪਦੇ ਪਿੰਡ 'ਚ। ਉੱਥੋਂ ਫਿਰ ਨਿਕਲਿਆ ਤੇ ਅਸੀਂ ਤਾਂ ਬੜੀਆਂ ਜਗ੍ਹਾ 'ਤੇ ਲੱਗੇ ਫਿਰੇ ਆ। ਅਸੀਂ ਫਿਰ ਉੱਥੋਂ ਜਦੋਂ ਦੱਸੋ ਨੇ ਵੀ ਇਹ ਹਿੰਦੁਸਤਾਨ ਹੋ ਗਿਆ ਹੈ, ਅਸੀਂ ਨਿਕਲਣਾ ਹੀ। ਅੱਛਾ ਬਾਬਾ ਜੀ, ਜਦੋਂ ਤੁਸੀਂ ਇੰਡੀਆ 'ਚ ਪਾਕਿਸਤਾਨ ਆਏ ਹੋ ਤੇ ਉਦੋਂ ਤੁਹਾਡੀ ਉਮਰ ਕੀ ਸੀ ਜਦੋਂ ਇੱਧਰ ਹਿਜਰਤ ਕੀਤੀ? ਉਸ ਵੇਲੇ ਕੋਈ 10-11 ਸਾਲ। ਅਸੀਂ ਸਫ਼ਰ ਕੀਤਾ ਹੈ ਹੈਡ ਗੰਡਾ ਸਿੰਘ ਵਾਲਿਆਂ ਦਾ। ਉੱਥੋਂ ਅਸੀਂ ਹੈਡ ਤੋਂ ਲੰਘੇ ਹਾਂ। ਲੰਘ ਤੇ ਜਗ੍ਹਾ ਪਿੰਡ ਉੱਲਾ ਕੇ ਤੇ ਵੱਲੇ ਵਾਲਾ, ਉਹ ਪਾਕਿਸਤਾਨ 'ਚ ਸੀ। ਉੱਥੇ ਅਸੀਂ ਰਾਤ ਰਹੇ ਹਾਂ। ਉੱਥੋਂ ਅਗਾਂਹ ਆ ਗਏ ਹਾਂ। ਅਗਾਂਹ ਫਿਰ ਅਸੀਂ ਸਾਡੇ ਕੋਲ ਮਾਲ ਬੜਾ ਸੀ, ਡੰਗਰ। ਹੋਰ ਤਾਂ ਸਾਂ ਉੱਥੋਂ ਕੋਈ ਸ਼ੈ ਹੀ ਨਹੀਂ ਫੜੀ ਚੁੱਕ। ਸਾਡੇ ਜਿਹੜੇ ਪਿੰਡ ਸੀ ਨਾ, ਕਿਸੇ ਨੇ ਕਿਸੇ ਨੇ ਮਾਰਿਆ ਕੁੱਟਿਆ ਜਾਂ ਕੋਈ ਸ਼ੈ ਖੋਈ ਜਾਂ। ਅਸੀਂ ਤਾਂ ਆਪਦੇ ਆਪ ਹੀ ਵੀ ਗੱਡੇ ਗੁੱਡੇ ਤਾਂ ਸਾਡੇ ਕੋਲ ਕੋਈ ਨਹੀਂ ਸੀ। ਕੋਈ ਟਰੈਕਟਰ ਟਰਾਲੇ ਵੀ ਜਿਨ੍ਹਾਂ ਉੱਤੇ ਲੱਦ ਲਈਏ ਸਮਾਨ, ਉਵੇਂ ਹੀ ਛੱਡ ਕੇ ਤੇ ਆਪਦਾ ਮਾਲ ਡੰਗਰ ਰੱਖ ਲਿਆ। ਤੇ ਯਾਨੀ ਇੰਡੀਆ 'ਚ ਤੁਸੀਂ ਪੈਦਲ ਹੀ ਇੱਧਰ ਨੂੰ ਪਾਕਿਸਤਾਨ ਨੂੰ? ਆ ਪੈਦਲ ਹੀ ਤੁਰਦੇ। ਥੋੜ੍ਹਾ ਹੀ ਪੰਜ ਉਰਾਂ ਵੇਖਣਾ ਉਹ ਹੈਡ ਤੇ ਉਹ ਲੰਘ ਤੇ ਅਸੀਂ ਪਾਕਿਸਤਾਨ 'ਚ ਆ ਗਏ। ਲੰਘ ਤੇ ਪਾਕਿਸਤਾਨ 'ਚ ਆ ਗਏ ਹਾਂ। ਜਦੋਂ ਪਾਕਿਸਤਾਨ ਤੇ ਇੰਡੀਆ ਦਾ ਤੁਸੀਂ ਬਾਰਡਰ ਕ੍ਰਾਸ ਕੀਤਾ, ਉੱਥੇ ਕੋਈ ਫੌਜਾਂ ਹੈ ਸੀ ਇੰਡੀਆ ਪਾਕਿਸਤਾਨ ਦੀਆਂ? ਫੌਜਾਂ ਹੈਗੀਆਂ ਸੀ। ਸਾਨੂੰ ਫੌਜਾਂ ਕੀ ਆਖਣਾ ਸੀ। ਆਪਣੀ ਫੌਜ ਵੀ ਹੈਗੀ ਸੀ, ਉਹਨਾਂ ਦੀ ਵੀ ਹੈਗੀ। ਜਦੋਂ ਪਾਕਿਸਤਾਨ ਦੀ ਇੰਡੀਆ ਦੀ ਸਰਹੱਦ ਤੁਸੀਂ ਕ੍ਰਾਸ ਕਰਕੇ ਪਾਕਿਸਤਾਨ 'ਚ ਆ ਗਏ ਹੋ ਜੀ। ਉਸ ਤੋਂ ਪਹਿਲਾ ਸਟੇ ਤੁਸੀਂ ਕਿਹੜੇ ਪਿੰਡ ਜਾਂ ਸ਼ਹਿਰ 'ਚ ਕੀਤਾ ਸੀ ਪਾਕਿਸਤਾਨ 'ਚ? ਵੱਲੇ ਵਾਲਾ ਪਿੰਡ, ਵੱਲੇ ਵਾਲਾ ਇੱਕ ਪਿੰਡ ਦਾ ਨਾਂ ਉੱਲਾ ਕੇ, ਉਹ ਕੋਲੋਂ ਕੋਲੀ ਨੇ। ਸਾਡੇ ਵਾਕਬ ਸੀ ਉਹ। ਉੱਥੇ ਅਸੀਂ ਰਾਤ ਰਹੇ ਹਾਂ। ਉੱਥੋਂ ਫਿਰ ਅਸੀਂ ਅਗਾਂਹ ਆ ਗਏ ਹਾਂ। ਅਗਾਂਹ ਆ ਗਏ ਇੱਥੇ ਪਿੰਡ ਹੈਗਾ ਪੰਬੇ। ਉੱਥੇ ਅਸੀਂ ਵਾਹਵਾ ਚਿੱਕਰ ਬੈਠੇ ਰਹੇ ਹਾਂ। ਅਤੇ ਉੱਥੇ ਇੱਕ ਹੋਰ ਪਿੰਡ ਸੀ। ਉਹ ਆਂਦੇ ਸੀ ਅਸੀਂ ਬਹਿਣਾ ਹੈ, ਅਸੀਂ ਆਂਦੇ ਸੀ ਅਸੀਂ ਬਹਿਣਾ ਹੈ। ਅਤੇ ਉੱਥੇ ਫਿਰ ਉਹ ਸਾਡਾ ਜਿਹੜਾ ਆਦਮੀ ਸੀ, ਮਾਮਾ ਸੀ ਮੇਰਾ, ਅੱਛਾ ਉਹ ਸ਼ਪੈਦ ਫੌਜ ਸੀ। ਅੱਛਾ, ਜਿਵੇਂ MP ਹੁੰਦੇ ਨੇ ਨਾ, ਉਸ ਵੇਲੇ ਉਹ ਜੈਲਦਾਰ ਸ਼ਪੈਦ ਫੌਜ ਨਾਲ MP ਐ ਮਿਲਣ ਵਾਲਾ ਸਾਹਿਬ ਸੀ। ਉਹ ਫੌਤ ਹੋ ਗਿਆ। ਜਿਸ ਵੇਲੇ ਉਹ ਫੌਤ ਹੋਇਆ, ਫਿਰ ਅਸੀਂ ਉੱਥੋਂ ਨਾ ਉੱਥੇ ਆਏ। ਕਿਹੜੇ ਪਿੰਡ ਆਏ ਸੀ? ਉੱਥੋਂ ਨਿਕਲ ਕੇ ਫਿਰ ਉੱਥੋਂ ਨਿਕਲਦੇ ਹੀ ਤੁਹਾਨੂੰ ਕੀ ਦੱਸਾਂ, ਆਹ ਲੰਮੀ ਹੈ ਜਿਹੜੀ ਜਿੱਥੇ ਰਾਣਾ ਫੂਲ ਹੈ, ਇੱਥੇ ਅਸੀਂ ਆ ਗਏ। ਮਾਜਰੀ ਸੀ ਇੱਥੇ, ਉਹ ਸਾਡੇ ਵਾਕਫ ਸੀ। ਉਹ ਆਣ ਕੇ ਬੈਠੇ। ਉਹਨਾਂ ਆਖਿਆ ਇੱਥੇ ਬਹਿ ਜਾਓ। ਉਹ ਸਾਡੇ ਮਾਲ ਨੂੰ ਉੱਥੇ ਚਰਾਂ ਉਹ ਜੀ ਨਾ ਲੱਭੇ। ਛੇੜੂ ਆਖਣ ਮਾਲ ਭੁੱਖਾ ਰਹਿੰਦਾ ਹੈ। ਫਿਰ ਪਰਾਂ ਮੰਗੂ ਤਾਰੂ ਪਿੰਡ ਹੈ, ਉੱਥੇ ਸਾਡੇ ਪਿਛਾਂ ਬੈਠਿਆਂ ਦੇ ਬੇਲੀ ਸੀ, ਪੀਰ ਸੀ, ਪੀਰ ਰਾਜੇ ਸ਼ਾਹ। ਉਹਨੇ ਸਾਨੂੰ 7 ਪਿੰਡਾਂ ਦਾ ਨਾ ਪਰਮਿਟ ਕਟਾ ਦਿੱਤਾ ਵੀ ਠਾੜ ਵੀ ਅਤੇ ਵਤਾੜ ਵੀ ਮੈਂ ਟੋਡੀਆਂ ਠਾੜ ਚਰਨ ਦੀਆਂ ਅਤੇ ਆਪ ਤੁਸੀਂ ਵਤਾੜ ਵੇਖਣਾ। ਉੱਥੇ ਵੀ ਉਹ ਸਾਡੇ ਛੇੜੂ ਆਖਣ ਵੀ ਜੂ ਨਹੀਂ ਚੰਗੀ। ਉੱਥੋਂ ਵੀ ਅਸੀਂ ਆ ਗਏ। ਫਿਰ ਆ ਮਾਂਗਾ ਜਿਹੜਾ, ਇੱਥੇ ਬੈਠੇ ਰਹੇ। ਗੱਲ ਕਾਹਦੀ ਵੀ ਅਸੀਂ ਫਿਰ ਨਾ ਮਾਲ ਫਿਰ ਪਿਛਾਂ ਹੀ ਲੈ ਗਏ ਬਾਰਡਰ 'ਤੇ ਹੀ, ਥਾਣੇ ਗੰਡਾ ਸਿੰਘ ਵਾਲੇ। ਸਹਿ ਪਿੰਡ ਬੜਾ ਵੱਡਾ। ਅਤੇ ਉਹ ਉੱਥੇ ਉਹ ਸਿੱਖ ਸਾਡੇ ਕੋਲ ਹੀ ਵੱਸਦੇ ਸੀ। ਉਹਨਾਂ ਦੀ ਸਾਡੀ ਕੋਈ ਬਰਖਲਾਫੀ ਸੀ। ਉਹ ਪਏ ਉਹਨਾਂ ਨੇ। ਅਸੀਂ ਥੇੜੂਆਂ ਨੂੰ ਰੈਫਲਾਂ ਰੂਫਲਾਂ ਵੀ ਦਿੱਤੀਆਂ ਲੈ ਕੇ ਵੀ ਮਾਲ ਦਾ ਧਿਆਨ ਰੱਖਿਆ ਜੇ। ਉਹਨਾਂ ਆਖਿਆ ਐਵੇਂ ਭਾਰ ਚੁੱਕੀ ਫਿਰਦੇ ਜੇ, ਉਹ ਆ ਆਪਾਂ ਦਾ ਭਰਾ ਹੋਏ, ਰਲ ਕੇ ਅੱਗੇ ਵੀ ਰਹੇ ਹਾਂ।
ਉਹ ਛੇੜੂ ਵੇਚ ਗਏ, ਉਹਨਾਂ ਡਾਕਾ ਕਰ ਲਿਆ। ਡਾਕਾ ਕੀ ਚੋਰੀ ਕਰ ਲਈ? ਆਹ ਡਾਕਾ ਦੇਣੇ ਮਾਲ ਨੂੰ ਵਲ ਲਿਆ, ਮਾਲ ਗਾਮੀ ਲਾਤ ਸੀ ਉਸ ਸਿੱਖ ਵੇਲੇ। ਸੀ ਉਹ ਜਿਨ੍ਹਾਂ ਨੇ ਡਾਕਾ ਮਾਰੇ? ਸਿੱਖ। ਉਹ ਜੀ ਸਾਡੀ ਖੀਰੀਆਂ ਦੋਂਦੀਆਂ ਤੋਂ ਇਲਾਵਾ 5 ਤੇ 11ਵੀਂ ਮੈਂ ਸੀ, ਤੇ ਗਾਈ ਲਿਖੀਜੀਆਂ ਹੀ ਨਹੀਂ ਸੀ, ਗਾਈ ਦੀ ਗਿਣਤੀ ਨਹੀਂ ਸੀ ਆਈ। ਜਿੱਥੇ ਬੈਠਦੇ ਸਾਂ ਤੇ ਦਾਣਾ ਫੱਕਾ ਲੈ ਅੱਛਾ, ਲੈਂਦੇ ਗੰਡਾ ਸਾਂ। ਸਿੰਘ ਕਿੰਨੀ ਦੇਰ ਰਹੇ ਤੇ ਫਿਰ ਤੁਸੀਂ ਉਸ ਤੋਂ ਬਾਅਦ ਕਿਸ ਸਾਈਡ ਨੂੰ ਤੁਸੀਂ ਗਏ? ਗੰਡਾ ਸਿੰਘ ਉੱਥੇ ਤਾਂ ਫਿਰ ਉਹ ਮਾਲ ਲਵੇਜ ਗਿਆ, ਤੇ ਅਸੀਂ ਫਿਰ ਇੱਥੇ ਪਿਛਾਂ ਆ ਗਏ। ਇੱਥੇ ਆ ਕੇ ਤੇ ਬਹਿ ਗਏ। ਇੱਥੇ ਫਿਰ ਕਿੱਲਾ ਜੀ ਦੀ ਹਕੂਮਤ ਨੇ ਪੈਲੀ ਦਿੱਤੀ। ਕਿੱਲਾ ਜੀ ਤੋਂ ਬਾਅਦ ਫਿਰ ਦੂਜੀਆਂ ਪੈਲੀਆਂ ਸਾਨੂੰ ਲੱਭ ਗਈਆਂ। ਕਿਲਾ ਜੀਤ ਨੇ ਕਿੰਨੀ ਪੈਲੀ ਤੁਹਾਡੇ ਨਾਮ ਦਿੱਤੀ? ਜਿੰਨੇ ਜੀ ਸੀ ਉਹਨੇ ਵੇਚਣਾ। ਯਾਨੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਦਿੱਤੀ ਸੀ ਕਿ ਤੁਹਾਡੇ ਕੋਲ ਪੁੱਛਿਆ ਸੀ ਤੁਹਾਨੂੰ ਕਿੰਨੀ ਚਾਹੀਦੀ ਹੈ? ਆਪਦੀ ਮਰਜ਼ੀ ਨਾਲ ਕਿ ਸਾਥੋਂ ਉਹਨੂੰ ਕੀ ਪੁੱਛਣਾ ਸੀ, ਆਪਦੀ ਮਰਜ਼ੀ ਨਾਲ। ਵੀ ਮੰਗੇ ਵੀ ਲਗੇ ਫਿਰੇ ਹਾਂ, ਪੰਬੀ ਵੀ ਬੈਠੇ ਰਹੇ ਹਾਂ, ਇੱਧਰ ਅਗਾਂਹ ਵੇਖਣਾ ਮੋਹਕਮ ਸਿੰਘ ਦਾ ਕਿਲਾ ਉੱਥੇ ਵੀ ਬੈਠੇ ਰਹੇ ਹਾਂ। ਸਭ ਤੋਂ ਜ਼ਿਆਦਾ ਟਾਈਮ ਕਿੱਥੇ ਗੁਜ਼ਾਰਿਆ ਸੀ ਇੱਥੇ ਪਹੁੰਚਣ ਤੋਂ ਸਫ਼ਰ ਦੇ ਦੌਰਾਨ? ਸਭ ਤੋਂ ਜ਼ਿਆਦਾ ਤਾਂ ਪੰਬਿਆਂ 'ਚ ਗੁਜ਼ਾਰਿਆ ਹੈ। ਉੱਥੇ ਕੋਈ ਮਹੀਨਾ ਬੈਠੇ ਰਹੇ, ਸਾਲ ਕਮਾਣੇ ਲਗੇ ਲੁਗੇ ਫਿਰ ਇੱਥੇ। ਉਸ ਤੋਂ ਬਾਅਦ ਤੁਸੀਂ ਇੱਥੇ ਸ਼ਿਫਟ ਹੋ ਗਏ? ਹਾਂ। ਤੇ ਇਹ ਪਿੰਡ ਦਾ ਨਾਮ ਕੀ ਹੈ? ਹਾਕਮ ਸਿੰਘ ਆਇਆ। ਤੇ ਸਫ਼ਰ ਦੇ ਦੌਰਾਨ ਤੁਹਾਨੂੰ ਕੋਈ ਮਸਲਾ ਜਾਂ ਕੋਈ ਸਾਨੂੰ ਤੰਗੀ ਨਹੀਂ, ਕੋਈ ਨਹੀਂ ਆਈ। ਹਿੰਦੂਆਂ ਨੇ ਕਈਆਂ ਨੂੰ ਆਉਂਦੀ ਰਹੀ ਹੈ, ਗਾਫਲੇ ਅਗਲੇ ਵੱਢ ਦਿੰਦੇ ਰਹੇ ਨੇ। ਸਿੱਖ, ਜਿੱਥੇ ਸਿੱਖਾਂ ਦਾ ਜ਼ੋਰ ਸੀ ਉੱਥੇ ਮੁਸਲਮਾਨਾਂ ਨੂੰ ਤੰਗੀ ਆਈ, ਜਿੱਥੇ ਮੁਸਲਮਾਨਾਂ ਦਾ ਜ਼ੋਰ ਸੀ ਉੱਥੇ ਉਹਨਾਂ ਹਿੰਦੂਆਂ ਨੂੰ ਤੰਗੀ ਆਈ। ਕੋਈ ਸਿੱਖ ਐਸੇ ਵੀ ਐਸੇ ਜਿਹੜੇ ਤੁਹਾਡੇ ਨਾਲ ਬੜੇ ਚੰਗੇ ਟਾਈਮ ਗੁਜ਼ਾਰਿਆ ਹੋਇਆ ਨਾ, ਜਾਂ ਹਿੰਦੂਆਂ ਨੇ ਇਹ ਜਿਨ੍ਹਾਂ ਨੇ? ਉਹ ਹੈਗੇ ਸੀ ਜਿਹੜੇ ਵੇਖਣਾ ਉਧਰ, ਉਹ ਤਾਂ ਪਰਾਂ ਹੀ ਰਹਿ ਗਏ, ਉਧਰ ਹੀ ਬੈਠੇ ਰਹੇ, ਜਿਨ੍ਹਾਂ ਨਾਲ ਸਾਡਾ ਕੋਈ ਸੁਰ ਪਾ ਸਾਡੇ ਅਸੀਂ ਮੰਨਿਆ ਹੀ ਸੀ। ਲਾਹੌਰ ਦੇ ਜ਼ਿਲ੍ਹੇ 'ਚ ਥੋੜ੍ਹੀ ਜਿਹੀ ਪੈਲੀ ਸਾਡੀ ਲਾਹੌਰ ਦੇ ਜ਼ਿਲ੍ਹੇ 'ਚ ਸੀ। ਉਹ ਵੀ ਇੰਡੀਆ ਦੇ ਵਿੱਚ? ਇੰਡੀਆ 'ਚ ਜਦੋਂ ਇੰਡੀਆ 'ਚ ਬੈਠੇ ਸਾਂ ਨਾ, ਉਹਦਾ ਮਾਮਲਾ ਲਾਹੌਰ ਧਰਦਾ ਸੀ। ਥੋੜ੍ਹੀ ਜਿਹੀ ਹੈਗੀ ਸੀ 80-90 ਕਿੱਲੇ। ਸਾਨੂੰ ਜੀ ਇੱਕ ਕਿੱਲਾ ਸਾਨੂੰ ਇੱਥੇ, ਜਿੰਦੀ ਪਿਛਾਂ 8 ਕਿੱਲੇ ਸੀ ਨਾ, 8-8.5 ਕਿੱਲੇ, ਉਹਨੂੰ 1 ਕਿੱਲਾ ਇੱਥੇ ਲੱਭਾ ਹੈ। ਸਾਡੀ ਪੈਲੀ ਦੇ ਯੂਨਿਟ ਹਕੂਮਤ ਨੇ ਬੜੇ ਘੱਟ ਬਣਾਏ ਨੇ। ਉਹ ਫਸਲ ਬੜਾ ਸਾਡੀ ਪੈਲੀ 'ਚ ਹੁੰਦਾ ਸੀ। ਨਹੀਂ, ਪੈਲੀ ਤਕਸੀਮ ਜਦੋਂ ਕਰਦੇ ਸੀ ਉਹਦਾ ਕੋਈ ਉਹਨਾਂ ਕ੍ਰਾਈਟੇਰੀਆ ਬਣਾਇਆ ਦਾ ਸੀ? ਉਹ ਜੀ ਲਾਹੌਰ ਦੇ ਜ਼ਿਲ੍ਹੇ ਦੇ ਸੀ 84 ਯੂਨਿਟ ਕਿੱਲੇ ਦੇ, ਤੇ ਸਾਡੀ ਪੈਲੀ ਦੇ 7 ਤੇ 8। ਯਾਨੀ ਜਿਹੜੀ ਜ਼ਮੀਨ ਇੱਥੇ ਉਹਨਾਂ ਦਿੱਤੀ ਹੈ ਪਾਕਿਸਤਾਨ ਚ ਆਉਣ ਦੇ ਬਾਅਦ, ਉਹ ਉਹਨਾਂ ਯੂਨਿਟਾਂ ਦੇ ਹਿਸਾਬ ਨਾਲ ਦਿੱਤੀ ਹੈ? ਯੂਨਿਟਾਂ ਦੇ ਹਿਸਾਬ ਨਾਲ। ਤੁਹਾਨੂੰ ਦੱਸਿਆ ਨਾ ਵੀ ਜਿੰਦੀ 8 ਕਿੱਲੇ ਸੀ ਉਹਨੂੰ ਇੱਥੇ 1 ਕਿੱਲਾ ਮਿਲਿਆ। ਸਾਡੇ ਪਿੰਡ ਦੇ ਵਿੱਚ ਹਿੰਦੂ ਹੈਗਾ ਹੀ ਕੋਈ ਨਹੀਂ ਸੀ। ਯਾਨੀ ਇੰਡੀਆ ਦੇ ਵਿੱਚ ਜਿਹੜਾ ਤੁਹਾਡਾ ਪਿੰਡ ਸੀ ਉਹਦੇ ਵਿੱਚ ਹਿੰਦੂ ਕੋਈ ਨਹੀਂ ਸੀ? ਕੋਈ ਹਿੰਦੂ ਨਹੀਂ ਸੀ। 12 ਕੋਹਾਂ ਦੇ ਵਿੱਚ ਨਾ, 12-14 ਕੋਹਾਂ ਦੇ ਵਿੱਚ ਮੁਸਲਮਾਨ ਹੀ ਸੀ, ਡੋਗਰ ਅਸੀਂ। ਸਾਡੀ ਬਿਆਦਰੀ, ਹਿੰਦੂਆਂ ਦਾ ਕੋਈ ਪਿੰਡ ਨਹੀਂ ਸੀ। ਸਾਡੇ ਪਿੰਡ ਦੇ ਵਿੱਚ ਖੱਤਰੀ ਹੈਗੇ ਸੀ ਇੱਕ ਘਰ, ਜਿਨ੍ਹਾਂ ਦੁਕਾਨ ਪਾਈ ਸੀ ਪਰਚੂਨ ਦੀ। ਮੇਰੇ ਦਾਦੇ ਦਾ ਸੀ ਨਾ ਪੜਦਾਦਾ, ਉਹਦੇ ਨਾਂ ਸੀ ਕਮਾਲਦੀਨ, ਤੇ ਕਮਾਲਦੀਨ ਦੇ ਨਾਂ ਤੇ ਪਿੰਡ ਉਹ ਵੱਜਾ ਸੀ ਕਮਾਲੇ ਵਾਲਾ। ਮੈਂ ਆਪਦੇ ਪਿੰਡ ਦਾ ਜਿਹੜਾ ਸਾਡਾ ਮੁਹਾੜ ਸੀ, ਪਿੰਡ ਵਾਵਾ ਤਗੜਾ ਸੀ। ਸਾਡੇ ਆਧੀ ਗਿੱਲਾਂ ਵਾਲੇ ਪਿੰਡ ਉੱਥੇ ਬੈਠੇ, ਅੱਧ ਦੇ ਮਾਲਕ ਉਹ ਸੀ, ਅੱਧ ਦੇ ਅਸੀਂ ਸਾਂਝੇ। ਕਮਾਲਦੀਨ ਦੇ 2 ਪੁੱਤਰ ਸੀ, ਇੱਕ ਦੀ ਔਲਾਦ ਅਸੀਂ ਹਾਂ, ਕੁਝ ਇੱਥੇ ਸਿਆਣ ਵਾਲੇ ਬੈਠੇ ਨੇ, ਤੇ ਇੱਕ ਘਰ ਸਾਡਾ ਕਾਮਿਆਂ 'ਚ ਬੈਠਾ ਹੈ, ਤੇ ਦੂਜੇ ਗਿੱਲਾਂ ਵਾਲੇ ਬੈਠੇ ਨੇ। ਮੈਂ ਤੁਹਾਨੂੰ ਦੱਸਿਆ ਹੈ ਵੀ ਮੈਂ ਜਿਹੜਾ ਉਹ ਸਾਡਾ ਪਿੰਡ ਸੀ ਨਾ, ਮੁਹਾੜ ਸਾਡਾ, ਉਹਨਾਂ ਘਰਾਂ ਦਾ ਨਕਸ਼ਾ ਬਣਾ ਸਕਣਾ ਵੀ ਇੱਥੇ ਫਲਾਨਾ ਘਰ ਸੀ, ਇੱਥੇ ਫਲਾਨਾ ਸੀ, ਇੱਥੇ ਫਲਾਨਾ। ਤੇ ਕਦੀ ਦਿਲ ਕੀਤਾ ਕਿ ਹੁਣ ਵੀ ਅਗਰ ਤੁਹਾਨੂੰ ਮੌਕਾ ਮਿਲੇ ਜਾਣ ਦਾ ਤਾਂ ਤੁਸੀਂ ਉੱਥੇ ਜਾਣਾ ਚਾਹੋਗੇ? ਮੈਂ ਤੈਨੂੰ ਦੱਸਾਂ,
ਹੁਣ ਤੁਸੀਂ ਸਾਰੀਆਂ ਗੱਲਾਂ ਪੁੱਛੂ ਜੇ ਮੈਂ ਇੱਧਰ ਆਇਆ 2 ਵਾਰ ਆਪਦਾ ਪਿੰਡ ਵੇਖ ਕੇ ਆਇਆ ਅੱਛਾ ਬਿਨਾਂ ਪਰਬੂ ਯਾਨੀ ਤੁਸੀਂ ਇੱਧਰ ਸ਼ਿਫਟ ਹੋਣ ਦੇ ਬਾਅਦ ਵੀ ਤੁਸੀਂ 2 ਦਫਾ ਉੱਥੇ ਹੋ ਕੇ ਆਏ ਹੋ। ਹਾਂ ਹੁਣ ਦੇ ਹਾਲਾਤ ਤੇ ਪਹਿਲੇ ਦੇ ਹਾਲਾਤ ਦੇ ਵਿੱਚ ਕੀ ਫਰਕ? ਉਹਦਾ ਬੜਾ ਫਰਕ ਹੈ, ਤੁਹਾਨੂੰ ਅੱਗੇ ਦੱਸਿਆ ਹੈ ਵੀ ਉਸ ਵੇਲੇ ਤਾਂ ਬੜਾ ਅਮਨ ਚੈਨ ਸੀ। ਹੁਣ ਅਗਲੇ ਦਿਨੇ ਹੱਥੋਂ ਖੋਲ ਜਾਂਦੇ ਨੇ। ਤੁਸੀਂ ਅਸਲ 'ਚ ਉਸ ਦੌਰ ਦਾ ਕਹਿ ਰਹੇ ਹੋ ਕਿ ਉਸ ਦੌਰ ਠੀਕ ਸੀ ਉਹ ਦੌਰ, ਹਾਂ। ਚਾਹੇ ਉਹ ਪਾਕਿਸਤਾਨ ਦੇ ਵਿੱਚ ਸੀ ਚਾਹੇ ਉਹ ਇੰਡੀਆ ਦੇ ਵਿੱਚ ਸੀ, ਤੁਸੀਂ ਇਹ ਕਹਿਣਾ ਚਾਹ ਰਹੇ ਹੋ। ਹਾਂ ਉਦੋਂ ਬਾਅਦ ਵੀ ਦੌਰ ਵਾਹਵਾ ਰਿਹਾ ਹੈ। ਇੱਧਰ ਆਇਆ ਵੀ ਆ ਹੁਣ ਆਉਣ ਤੇ ਕੋਈ 10-15 ਸਾਲਾਂ 15 ਕੁ ਸਾਲਾਂ ਦਾ ਨਾ ਜ਼ਿਆਦਾ ਹੀ ਗਦਰ ਪੈ ਗਿਆ।